ਵੈਲਕਮ ਬੈਕ ਟੂ ਮਾਈ ਨਿਊ ਵੀਡੀਓ। ਸੋ ਅੱਜ ਆਪਾਂ ਕਰਨ ਜਾ ਰਹੇ ਹਾਂ ਕਲਾਸ 12th ਦਾ ਫਸਟ ਚੈਪਟਰ ਇੰਗਲਿਸ਼ ਦਾ ਹਸਨਸ ਅਟੈਂਡੈਂਸ ਪ੍ਰੋਬਲਮ। ਸੋ ਇਸ ਚੈਪਟਰ ਨੂੰ ਆਪਾਂ ਚੰਗੀ ਤਰ੍ਹਾਂ ਸਮਝਾਂਗੇ ਅਤੇ ਇਸ ਦੀ ਤੁਹਾਨੂੰ ਟਰਾਂਸਲੇਸ਼ਨ ਵੀ ਮਿਲੇਗੀ ਪੰਜਾਬੀ ਦੇ ਵਿੱਚ। ਸੋ ਆਪਾਂ ਸਟਾਰਟ ਕਰਦੇ ਵੀਡੀਓ ਨੂੰ। ਸੋ ਇਹ ਚੈਪਟਰ ਕਿਹਨੇ ਲਿਖਿਆ ਸੀ? ਸੁਧਾ ਮੂਰਤੀ। ਸੁਧਾ ਮੂਰਤੀ ਕੌਣ ਸੀ? ਟੀਚਰਸ MCA ਸਟੂਡੈਂਟਸ ਨੂੰ ਉਹ ਟੀਚ ਕਰਦੀ ਸੀ। ਸ਼ੀ ਟੀਚਿਸ ਐਟ ਅ ਕਾਲਜ ਇਨ ਬੰਗਲੌਰ। ਉਹ ਜਿਹੜਾ ਬੰਗਲੌਰ ਦਾ ਕਾਲਜ ਸੀ ਉਹਦੇ ਵਿੱਚ ਉਹ ਟੀਚ ਕਰਦੀ ਸੀ। ਸ਼ੀ ਟੀਚਿਸ ਮੈਨੀ ਸਟੂਡੈਂਟਸ। ਸ਼ੀ ਡਜ਼ ਨਾਟ ਰਿਮੈਂਬਰ ਆਲ। ਸ਼ੀ ਰਿਮੈਂਬਰਸ ਸਮ ਸਟੂਡੈਂਟਸ ਹੂ ਵਰ ਡਿਫਰੈਂਟ ਫਰੋਮ ਅਦਰਸ। ਸੁਧਾ ਮੂਰਤੀ ਕਹਿੰਦੀ ਆ ਵੀ ਮਤਲਬ ਉਹ ਬਹੁਤ ਸਾਰੇ ਬੱਚਿਆਂ ਨੂੰ ਪੜ੍ਹਾਉਂਦੀ ਸੀ ਅਤੇ ਉਸ ਵਿੱਚ ਉਹਨਾਂ ਨੂੰ ਕਈ ਯਾਦ ਰਹਿੰਦੇ ਸੀ ਅਤੇ ਕਈ ਨਹੀਂ ਯਾਦ ਰਹਿੰਦੇ ਸੀ। ਜਿਹੜੇ ਯਾਦ ਰਹਿੰਦੇ ਸੀ ਉਹ ਹੋਰ ਬੱਚਿਆਂ ਤੋਂ ਡਿਫਰੈਂਟ ਸੀਗੇ। ਅੱਗੇ ਦ ਆਥਰ ਟੈਲਸ ਅਬਾਊਟ ਵਨ ਸਟੂਡੈਂਟ। ਹਿਜ਼ ਨੇਮ ਇਜ਼ ਹਸਨ। ਹੀ ਇਜ਼ ਟਾਲ, ਹੈਂਡਸਮ ਐਂਡ ਇੰਟੈਲੀਜੈਂਟ। ਆਥਰ ਆਪਣੇ ਕੋਲ ਕੀ ਕਹਿੰਦਾ? ਇੱਕ ਸਟੂਡੈਂਟ ਸੀ ਜਿਸਦਾ ਨਾਮ ਸੀਗਾ ਹਸਨ। ਉਹ ਲੰਬਾ, ਸੋਹਣਾ ਸੀ, ਹੈਂਡਸਮ ਸੀ, ਇੰਟੈਲੀਜੈਂਟ ਵੀ ਸੀ। ਹੀ ਇਜ਼ ਦ ਵਨ ਓਨਲੀ ਸਨ ਫਰੋਮ ਅ ਰਿਚ ਫੈਮਿਲੀ। ਉਹ ਰਿਚ ਫੈਮਿਲੀ ਨੂੰ ਬਿਲੋਂਗ ਕਰਦਾ ਸੀ ਅਤੇ ਉਹ ਇੱਕ ਇਕੱਲਾ ਮੁੰਡਾ ਸੀ ਉਹਨਾਂ ਦਾ। ਹੀ ਇਜ਼ ਨਾਟ ਅ ਰੈਗੂਲਰ ਸਟੂਡੈਂਟ ਇਨ ਦ ਕਲਾਸ। ਉਹ ਕਲਾਸ ਦੇ ਵਿੱਚ ਰੈਗੂਲਰ ਨਹੀਂ ਆਉਂਦਾ ਸੀ। ਸੋ ਦ ਟੀਚਰਸ ਡੂ ਨਾਟ ਕਮ ਟੂ ਨੋ ਅਬਾਊਟ ਹਿਮ। ਸੋ ਟੀਚਰਸ ਜਿਹੜੇ ਸੀ ਉਹ ਉਸਨੂੰ ਨਹੀਂ ਜਾਣਦੇ ਸੀ। ਦ ਆਥਰ ਟੇਕਸ ਅ ਫਸਟ ਕਲਾਸ ਆਫ ਦ ਡੇ ਐਟ 9 AM ਔਰ ਸੈਕਿੰਡ ਕਲਾਸ ਐਟ 10 AM। ਜਿਹੜੀ ਆਥਰ ਦੀ ਫਸਟ ਕਲਾਸ ਹੁੰਦੀ ਸੀ ਉਹ 9 AM ਮਤਲਬ ਸਵੇਰੇ ਹੁੰਦੀ ਸੀ 9 ਵਜੇ ਅਤੇ ਦੂਸਰੀ ਕਲਾਸ ਉਹਦੀ ਹੁੰਦੀ ਸੀ 10 ਵਜੇ। ਉਹ ਇਹ ਟਾਈਮ ਕਿਉਂ ਰੱਖਦੀ ਸੀ? ਕਿਉਂਕਿ ਸਟੂਡੈਂਟ ਆਰ ਫਰੈਸ਼ ਐਂਡ ਵੈਰੀ ਅਟੈਂਟਿਵ ਫॉर ਦਿਸ ਕਲਾਸ। ਮਤਲਬ ਜਿਹੜੇ ਬੱਚੇ ਹੁੰਦੇ ਸੀ ਉਹ ਸਵੇਰੇ ਸਵੇਰੇ ਐਕਟਿਵ ਹੁੰਦੇ ਸੀ ਅਤੇ ਫਰੈਸ਼ ਹੁੰਦੇ ਸੀ। ਹਸਨ ਅਟੈਂਡਸ ਕਾਲਜ ਫॉर ਕਲਾਸਿਸ, ਟੈਸਟ ਔਰ ਐਗਜ਼ਾਮੀਨੇਸ਼ਨ। ਹਸਨ ਜਿਹੜਾ ਸੀ ਉਹ ਕਾਲਜ ਨੂੰ ਉਦੋਂ ਅਟੈਂਡ ਕਰਦਾ ਸੀ ਜਦੋਂ ਕਲਾਸ ਦਾ ਕੋਈ ਟੈਸਟ ਜਾਂ ਫਿਰ ਐਗਜ਼ਾਮ ਹੋਵੇ। ਹੀ ਮੀਟਸ ਦ ਨਰੇਟਰ ਫॉर ਅਟੈਂਡੈਂਸ ਸ਼ਾਰਟੇਜ ਮੀਟਿੰਗ। ਹੀ ਬੈਗਸ ਫॉर ਅਟੈਂਡੈਂਸ ਅਪੋਲੋਜੈਟਿਕਲੀ। ਦ ਨਰੇਟਰ ਕੈਨ ਨਾਟ ਸੇ ਨੋ। ਉਹ ਆਪਣੇ ਮਤਲਬ ਟੀਚਰ ਨੂੰ ਕਹਿੰਦਾ ਕਿ ਉਸਦੀ ਜਿਹੜੀ ਅਟੈਂਡੈਂਸ ਆ ਉਹ ਮਾਰਕ ਕੀਤੀ ਜਾਵੇ ਅਤੇ ਜਿਹੜਾ ਨਰੇਟਰ ਆ, ਨਰੇਟਰ ਕੌਣ ਸੀ? ਸੁਧਾ ਮੂਰਤੀ। ਉਹ ਕਹਿੰਦੇ ਵੀ ਨੋ, ਐਵੇਂ ਨਹੀਂ ਹੋ ਸਕਦਾ। ਹੀ ਪ੍ਰੋਮਿਸਿਸ ਫਰੋਮ ਦ ਨੈਕਸਟ ਸਮੈਸਟਰ ਹੀ ਵਿਲ ਡੈਫੀਨੇਟਲੀ ਅਟੈਂਡ ਦ ਕਲਾਸਿਸ। ਉਹ ਪ੍ਰੋਮਿਸ ਕਰਦਾ ਕਿ ਉਹ ਅਗਲੀ ਵਾਰ ਤੋਂ ਅਗਲੇ ਸਮੈਸਟਰ ਦੇ ਵਿੱਚ ਉਹ ਕਲਾਸਾਂ ਅਟੈਂਡ ਜ਼ਰੂਰ ਕਰੇਗਾ। The narrator shares the emotions of a teacher. No teacher like the harm students. Teachers cannot remain angry with students. ਜਿਹੜੇ ਟੀਚਰਸ ਨੇ ਉਹ ਬੱਚਿਆਂ ਦਾ ਫਿਊਚਰ ਖ਼ਰਾਬ ਨਹੀਂ ਕਰਦੇ ਅਤੇ ਮਤਲਬ ਉਹ ਮਤਲਬ ਛੇਤੀ ਇਮੋਸ਼ਨ ਹੋ ਜਾਂਦੇ ਨੇ ਅਤੇ ਟੀਚਰ ਜ਼ਿਆਦਾਤਰ ਬੱਚਿਆਂ ਨਾਲ ਗੁੱਸੇ ਨਹੀਂ ਰਹਿ ਸਕਦੇ। ਡਿਸਿਪਲਿਨ ਇਜ਼ ਅ ਵੈਰੀ ਇੰਪੋਰਟੈਂਟ ਬਟ teacher does not take strict action if it affects students future। ਜਿਹੜੇ ਟੀਚਰ ਨੇ ਉਹ ਐਵੇਂ ਦਾ ਕੋਈ ਸਟ੍ਰਿਕਟ ਐਕਸ਼ਨ ਨਹੀਂ ਲੈਂਦੇ ਜਿਨ੍ਹਾਂ ਦਾ ਇਫੈਕਟ ਸਟੂਡੈਂਟ ਦੇ ਫਿਊਚਰ 'ਤੇ ਪਵੇ। ਹਸਨ ਇਜ਼ ਵੈਰੀ ਬਰਾਈਟ। ਹੀ ਆਲਵੇਜ਼ ਗੈਟ ਅ ਫਸਟ ਡਿਵੀਜ਼ਨ ਇਨ ਦ ਐਗਜ਼ਾਮ। ਜਿਹੜਾ ਹਸਨ ਸੀ ਉਹ ਬਹੁਤ ਬਰਾਈਟ ਮਤਲਬ ਬ੍ਰਿਲੀਅੰਟ ਸਟੂਡੈਂਟ ਸੀ ਅਤੇ ਉਹ ਹਮੇਸ਼ਾ ਫਸਟ ਆਉਂਦਾ ਸੀ ਕਲਾਸ ਦੇ ਵਿੱਚ ਐਗਜ਼ਾਮ ਦੇ ਵਿੱਚ। ਟੂ ਗੈਟ ਅਟੈਂਡੈਂਸ ਫਰੋਮ ਦ ਨਰੇਟਰ ਐਵਰੀ ਸਮੈਸਟਰ ਹਸਨ ਪ੍ਰੋਮਿਸਿਸ ਟੂ ਦ ਅਟੈਂਡ ਕਲਾਸਿਸ ਰੈਗੂਲਰਲੀ। ਜਿਹੜਾ ਹਸਨ ਸੀ ਉਹ ਟੀਚਰ ਨੂੰ ਹਰ ਵਾਰ ਬਹਾਨਾ ਲਾਉਂਦਾ ਸੀ ਕਿ ਉਹ ਅਗਲੀ ਵਾਰ ਤੋਂ ਕਲਾਸਿਸ ਜ਼ਰੂਰ ਅਟੈਂਡ ਕਰੇਗਾ। ਬਟ ਹੀ ਕੀਪਸ ਹਿਜ਼ ਪ੍ਰੋਮਿਸ ਓਨਲੀ ਫॉर 1 ਵੀਕ। ਉਹ ਸਿਰਫ ਇੱਕ ਹਫ਼ਤੇ ਲਈ ਰੈਗੂਲਰ ਸਕੂਲ ਆਉਂਦਾ ਅਤੇ ਫਿਰ ਉਵੇਂ ਆਪਣੀ ਆਦਤ ਕਰਨ ਲੱਗ ਜਾਂਦਾ ਸੀ, ਰੈਗੂਲਰ ਨਹੀਂ ਰਹਿੰਦਾ ਸੀ। ਐਵਰੀ ਟਾਈਮ ਹੀ ਕਮਸ ਵਿਦ ਅ ਨਿਊ ਰੀਜ਼ਨ ਫॉर ਸ਼ਾਰਟੇਜ ਆਫ ਅਟੈਂਡੈਂਸ। ਹਰੇਕ ਵਾਰ ਉਹਦਾ ਕੋਈ ਨਵਾਂ ਬਹਾਨਾ ਹੁੰਦਾ ਸੀ ਅਟੈਂਡ ਨਹੀਂ ਕਰਦਾ ਸੀ ਕਲਾਸ।
ਟੂ ਦ ਨਰੇਟਰ ਆਲ ਥੀਸ ਰੀਜ਼ਨ ਸੀਮ ਰੀਅਲ। ਜਿਹੜਾ ਨਰੇਟਰ ਨੂੰ ਸੀ ਲੱਗਦੇ ਸੁਧਾ ਮੂਰਤੀ, ਉਹਨੂੰ ਲੱਗਦੇ ਸੀ ਕਿ ਇਹ ਸੱਚੇ ਲੱਗਦੇ ਸੀ। ਦ ਨਰੇਟਰ ਕਾਲਸ ਹਸਨਸ ਪੇਰੈਂਟਸ, ਅਤੇ ਫਿਰ ਨਰੇਟਰ ਨੇ ਜਿਹੜੀ ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ, ਅਤੇ ਸ਼ੀ ਸ਼ੇਅਰਸ ਹਰ ਕੰਸਰਨਸ ਵਿਦ ਹਸਨਸ ਪੇਰੈਂਟਸ ਐਂਡ ਟੈਲ ਹੀ ਕੈਨ ਗੈਟ ਅ ਪੋਜੀਸ਼ਨ ਇਨ ਦ ਕਲਾਸ ਇਫ ਹੀ ਕਮਸ ਟੂ ਕਾਲਜ ਰੈਗੂਲਰਲੀ। ਉਹ ਕਹਿੰਦੀ ਆ ਉਹਨਾਂ ਦੇ ਪੇਰੈਂਟਸ ਨਾਲ ਮੀਟ ਕਰਦੀ ਆ ਅਤੇ ਉਹਨਾਂ ਨੂੰ ਕਹਿੰਦੀ ਆ ਕਿ ਹਸਨ ਬਹੁਤ ਵਧੀਆ ਸਟੂਡੈਂਟ ਆ, ਬਰਾਈਟ ਸਟੂਡੈਂਟ ਆ, ਉਹ ਜੇ ਰੈਗੂਲਰ ਕਲਾਸਾਂ ਅਟੈਂਡ ਕਰੇ ਤਾਂ ਉਹ ਬਹੁਤ ਵਧੀਆ ਕਰ ਸਕਦਾ। ਹਸਨਸ ਫਾਦਰ ਇਜ਼ ਅ ਬਿਜ਼ੀ ਮੈਨ ਐਂਡ ਹੀ ਡਿਡ ਨਾਟ ਟੇਕ ਦ ਪ੍ਰੋਬਲਮ ਵੈਰੀ ਸੀਰੀਅਸਲੀ। ਹਸਨ ਦੇ ਜਿਹੜੇ ਫਾਦਰ ਸੀ ਉਹ ਬਹੁਤ ਬਿਜ਼ੀ ਮੈਨ ਸੀ, ਸੋ ਉਹ ਉਸਦੀ ਪ੍ਰੋਬਲਮ ਨੂੰ ਸੀਰੀਅਸਲੀ ਨਹੀਂ ਲੈ ਰਹੇ ਸੀ। ਹੀ ਬਿਲੀਵਸ ਗਰੋਨ ਅਪ ਬॉयਜ਼ ਡੂ ਨਾਟ ਲਿਸਨ ਟੂ ਦੇਅਰ ਪੇਰੈਂਟਸ ਓਨਲੀ ਲਾਈਫ ਵਿਲ ਟੀਚ ਦੈਮ। ਉਹ ਕਹਿੰਦੇ ਸੀ ਵੀ ਉਸਦੇ ਫਾਦਰ ਕਹਿੰਦੇ ਨੇ ਵੀ ਇਸ ਉਮਰ ਦੇ ਵਿੱਚ ਬੱਚੇ ਆਪਣੇ ਪੇਰੈਂਟਸ ਦੀ ਗੱਲ ਨਹੀਂ ਸੁਣਦੇ, ਉਹ ਸਿਰਫ ਉਹਨਾਂ ਨੂੰ ਲਾਈਫ ਹੀ ਸਿਖਾ ਸਕਦੀ ਆ। ਹਿਜ਼ ਮਦਰ ਕਰਾਈਜ਼, ਅਤੇ ਉਹਦੀ ਮਦਰ ਸੀ ਜਿਹੜੇ ਉਹ ਰੋਣ ਲੱਗ ਗਏ। ਸ਼ੀ ਟੈਲਸ ਹਸਨ ਲਿਸਨ ਟੂ ਦ ਮਿਊਜ਼ਿਕ ਆਲ ਨਾਈਟ ਐਂਡ ਚੈਟ ਵਿਦ ਹਿਜ਼ ਫਰੈਂਡਸ। ਉਹ ਕਹਿੰਦੇ ਆ ਵੀ ਹਸਨ ਸਾਰੀ ਰਾਤ ਗਾਣੇ ਸੁਣਦਾ ਰਹਿੰਦਾ ਅਤੇ ਆਪਣੇ ਦੋਸਤਾਂ ਨਾਲ ਚੈਟ ਕਰਦਾ ਰਹਿੰਦਾ। ਹੀ ਸਲੀਪ ਐਟ 6 in the morning, ਉਹ ਸਵੇਰੇ 6 ਵਜੇ ਸੌਂਦਾ। ਸੋ ਹੀ ਕੈਨ ਨਾਟ ਕਮ ਟੂ ਐਨੀ ਕਲਾਸ, ਅਤੇ ਉਹ ਕਲਾਸ ਅਟੈਂਡ ਨਹੀਂ ਕਰਦਾ ਇਸ ਲਈ। ਹੀ ਡਜ਼ ਨਾਟ ਲਿਸਨ ਟੂ ਹਰ, ਉਹ ਮੇਰੀ ਗੱਲ ਵੀ ਨਹੀਂ ਸੁਣਦਾ। ਹਸਨਸ ਪੇਰੈਂਟਸ ਬਲੇਮ ਈਚ ਅਦਰ ਫਾਰ ਦਿਸ ਫੇਲਿਊਰ। ਹਸਨ ਦੇ ਜਿਹੜੇ ਪੇਰੈਂਟਸ ਸੀ ਉਹ ਇੱਕ ਦੂਜੇ ਨੂੰ ਬਲੇਮ ਕਰਦੇ ਸੀ। ਦ ਪੇਰੈਂਟਸ ਟੀਚਰ ਮੀਟਿੰਗ ਐਂਡ ਫਰੂਟਲੈਸਲੀ ਮਤਲਬ ਕੀ ਹੁੰਦਾ ਵੀ ਮਤਲਬ ਬਿਨਾਂ ਕੋਈ ਰਿਜ਼ਲਟ ਨਿਕਲੇ ਜਿਹਦਾ ਮੀਟਿੰਗ ਹੋਈ ਹੋਵੇ, ਖ਼ਤਮ। ਹਸਨਸ ਪਾਸਿਸ ਹਿਜ਼ ਕੋਰਸ ਇਨ ਫਸਟ ਕਲਾਸ, ਉਹਨੇ ਆਪਣਾ ਕੋਰਸ ਪੂਰਾ ਕਰ ਲਿਆ ਸੀ। ਅਤੇ ਹੀ ਕਮਸ ਐਂਡ ਥੈਂਕਸ ਦ ਨਰੇਟਰ ਫॉर ਗਿਵਿੰਗ ਅਟੈਂਡੈਂਸ ਐਵਰੀ ਸਮੈਸਟਰ, ਅਤੇ ਉਹ ਨਰੇਟਰ ਕੋਲ ਆਉਂਦਾ ਅਤੇ ਉਹਨਾਂ ਨੂੰ ਥੈਂਕਸ ਕਹਿੰਦਾ ਵੀ ਉਹਨਾਂ ਨੂੰ ਅਟੈਂਡੈਂਸ ਦੇਣ ਲਈ। ਹੀ ਹੋਪਸ ਟੂ ਮੀਟ ਦ ਨਰੇਟਰ ਅਗੇਨ, ਉਹ ਨਰੇਟਰ ਨੂੰ ਮਿਲਣ ਲਈ ਅਗਲੀ ਵਾਰ ਮਿਲਣ ਨੂੰ ਕਹਿੰਦਾ ਵੀ ਹੋਪ ਆਪਾਂ ਮਿਲੀਏ। ਬਟ ਦ ਨਰੇਟਰ ਡਜ਼ ਨਾਟ ਮੀਟ ਹਸਨ ਫॉर ਅ ਲੌਂਗ ਟਾਈਮ ਐਂਡ ਫॉरਗॉट ਆਲ ਅਬਾਊਟ ਹਿਮ। ਪਰ ਨਰੇਟਰ ਕਾਫੀ ਮਤਲਬ ਮਿਲੀ ਨਹੀਂ ਸੀ ਹਸਨ ਨੂੰ ਕਾਫੀ ਸਮੇਂ ਤੱਕ, ਅਤੇ ਉਹਨੂੰ ਭੁੱਲ ਚੁੱਕੀ ਸੀ। ਦ ਨਰੇਟਰ ਸਟੂਡੈਂਟਸ ਰਿਮੇਨ ਇਨ ਟੱਚ ਵਿਦ ਹਰ, ਜਿਹੜੇ ਸੀ ਨਰੇਟਰ ਦੇ ਸਟੂਡੈਂਟ ਸੀ ਉਹ ਕਾਫੀ ਟੱਚ ਵਿੱਚ ਸੀਗੇ ਉਹਨਾਂ ਦੇ। ਦੇ ਇਨਵਾਈਟ ਹਰ ਟੂ ਫੈਮਿਲੀ ਫੰਕਸ਼ਨਸ, ਉਹ ਉਹਨਾਂ ਨੂੰ ਆਪਣੇ ਫੈਮਿਲੀ ਫੰਕਸ਼ਨ ਦੇ ਵਿੱਚ ਬੁਲਾਉਂਦੇ ਸੀ ਜਿਹੜੇ ਅਟੈਚ ਸੀਗੇ ਨਰੇਟਰ ਨਾਲ। ਸ਼ੀ ਅਟੈਂਡਸ ਫੰਕਸ਼ਨ ਇਫ ਪੋਸੀਬਲ, ਉਹ ਜ਼ਰੂਰ ਅਟੈਂਡ ਕਰਦੀ ਸੀ ਜੇਕਰ ਉਹਦੇ ਕੋਲ ਪੋਸੀਬਲ ਹੁੰਦਾ ਸੀ। ਅ ਪਰਸਨ ਕਮਸ ਟੂ ਮੀਟ, ਹੀ ਇਜ਼ ਅ ਸੇਲਸਮੈਨ ਆਫ ਸਾਫਟਵੇਅਰ ਟੀਚਿੰਗ। ਇੱਕ ਉਹਦੇ ਕੋਲ ਪਰਸਨ ਆਉਂਦਾ ਅਤੇ ਜਿਹੜਾ ਸਾਫਟਵੇਅਰ ਦੀਆਂ ਸੀੜੀਆਂ ਵੇਚਦਾ ਸੀਗਾ। ਦ ਨਰੇਟਰ ਇਜ਼ ਬਿਜ਼ੀ, ਸ਼ੀ ਹੈਜ਼ ਟੂ ਆਨਸਰ ਮੈਮ, ਵੀ ਉਹ ਫਿਰ ਸੇਲਜ਼ਮੈਨ ਨੂੰ ਕਹਿੰਦੀ ਆ ਕਿ ਮੈਂ ਬਹੁਤ ਬਿਜ਼ੀ ਹਾਂ ਅਤੇ ਮੈਂ ਉਸਨੂੰ ਬਾਅਦ ਵਿੱਚ ਮਿਲਦੀ ਹਾਂ। ਬਟ ਉਹ ਆਪਣੇ ਸੈਕਰਟਰੀ ਨੂੰ ਕਹਿੰਦੀ ਆ ਵੀ ਕਿਸੇ ਹੋਰ ਟੀਚਰਸ ਕੋਲ ਲੈ ਜਾ ਇਹਨੂੰ, ਵੀ ਮੈਂ ਹਜੇ ਬਿਜ਼ੀ ਹਾਂ। ਅਤੇ ਉਹ ਅੱਗੇ ਜਿਹੜਾ ਸੀਗਾ ਸੇਲਸਮੈਨ ਸੀ ਉਹ ਕਹਿੰਦਾ ਵੀ ਮੈਂ ਤੁਹਾਨੂੰ ਹੀ ਮਿਲਣਾ, ਵੀ ਮੈਂ ਤੁਹਾਡਾ ਹੀ ਸਟੂਡੈਂਟ ਆ। ਫਿਰ ਨਰੇਟਰ ਕਹਿੰਦੀ ਆ, ਨਰੇਟਰ ਜਿਹੜੀਆਂ ਮੰਨ ਜਾਂਦੀ ਆ ਟੂ ਮੀਟ ਐਟ 2 PM, ਉਸਨੂੰ ਆਫਟਰਨੂਨ ਕਹਿੰਦੀ ਆ ਵੀ ਆਪਾਂ ਆਫਟਰਨੂਨ ਮਿਲਦੇ ਹਾਂ। ਦ ਵਿਜ਼ਿਟਰ ਇਜ਼ ਆਫ 35 years ਫੈਟ ਬੈਲਡ ਐਂਡ ਇਜ਼ ਵੈਗਰਲੀ ਡਰੈਸਡ, ਮਤਲਬ ਇੱਕ 35 ਸਾਲ ਦਾ ਆਦਮੀ ਮੋਟਾ, ਬੈਲਡ ਮਤਲਬ ਗੰਜਾ, ਐਂਡ ਇਜ਼ ਅਵੇਅਰ ਲਾਈਕਲੀ ਡਰੈਸਡ ਮਤਲਬ ਉਹਦੇ ਕੱਪੜੇ ਵੀ ਠੀਕ ਠਾਕ ਸੀ। ਹੀ ਹੈਜ਼ ਅ CD ਵਿਦ ਸਾਫਟਵੇਅਰ ਇਨ ਹਿਜ਼ ਹੈਂਡ, ਉਸਦੇ ਕੋਲ CD ਸੀ ਹੱਥ ਦੇ ਵਿੱਚ ਸਾਫਟਵੇਅਰ। ਦ ਨਰੇਟਰ ਕੈਨ ਨਾਟ ਰਿਕੋਗਨਾਈਜ਼ ਦ ਵਿਜ਼ਿਟਰ, ਉਹ ਉਸਨੂੰ ਨਹੀਂ ਪਛਾਣ ਸਕੀ। ਹੀ ਟਰਾਈਜ਼ ਟੂ ਸ਼ੇਅਰ ਸਮ ਮੈਮਰੀਜ਼, ਉਹ ਆਪਣੇ ਨਾਲ ਮੈਮਰੀਜ਼ ਸ਼ੇਅਰ ਕਰਨ ਲੱਗੇ। ਬਟ ਦ ਨਰੇਟਰ ਇਜ਼ ਸਟਿਲ ਅਨਏਬਲ ਟੂ ਰਿਕੋਗਨਾਈਜ਼, ਅਤੇ ਉਹ ਉਸਨੂੰ ਨਹੀਂ ਪਛਾਣ ਸਕੀ। ਦ ਵਿਜ਼ਿਟਰ ਗਿਵ ਹਿੰਟ ਦੈਟ ਹੀ ਆਲਵੇਜ਼ ਲੈਟ ਕਮਰ ਫॉर ਦ ਕਲਾਸ,
ਉਸਨੂੰ ਕੁਛ ਗੱਲਾਂ ਦੱਸਦਾ। ਦ ਨਰੇਟਰ ਰਿਕੋਗਨਾਈਜ਼ ਐਟ ਵੰਸ ਦੈਟ ਇਜ਼ ਹਸਨ। ਉਹ ਉਸਨੂੰ ਪਛਾਣ ਲੈਂਦੀ ਆ। ਦੇ ਐਕਸਚੇਂਜ ਗ੍ਰੀਟਿੰਗਸ। ਹਸਨ ਸ਼ੇਅਰ ਦੈਟ ਹੀ ਸਟਿਲ ਰਿਮੈਂਬਰਸ ਆਲ ਦ ਮੋਰਲ ਲੈਸਨ ਆਫ ਹਰ ਕਲਾਸਿਸ। ਅਤੇ ਹਸਨ ਜਿਹੜੇ ਉਹਨੂੰ ਸ਼ੇਅਰ ਕਰਦਾ ਵੀ ਜਿਹੜੇ ਤੁਸੀਂ ਮੋਰਲ ਲੈਸਨ ਦਿੰਦੇ ਹੁੰਦੇ ਸੀ ਕਲਾਸ ਦੇ ਵਿੱਚ। ਦ ਨਰੇਟਰ ਆਸਕ ਹਸਨ ਅਬਾਊਟ ਹਿਸ ਲਾਈਫ ਐਂਡ ਜੋਬ। ਜਿਹੜੀ ਨਰੇਟਰ ਆ ਉਹ ਹਸਨ ਨੂੰ ਉਸਦੀ ਲਾਈਫ ਅਤੇ ਜੋਬ ਬਾਰੇ ਪੁੱਛਦੀ ਆ। ਹਸਨਸ ਫੀਲ ਐਮਬੈਰਸਡ। ਹੀ ਟੈਲਸ ਹੀ ਇਜ਼ ਅ ਸੋਫਟਵੇਅਰ ਸੀਡੀ ਸੇਲਸ ਪਰਸਨ। ਉਹ ਕਹਿੰਦਾ ਵੀ ਉਸਨੂੰ ਬੁਰਾ ਲੱਗਦਾ ਅਤੇ ਉਹ ਦੱਸਦਾ ਕਿ ਉਹ ਇੱਕ ਸੇਲਸਮੈਨ ਸੀ, ਸੋਫਟਵੇਅਰ ਦੀਆਂ ਸੀਡੀਆਂ ਵੇਚਦਾ ਸੀ ਘਰ ਘਰ ਜਾ ਕੇ। ਦ ਨਰੇਟਰ ਇਜ਼ ਸੈਡ ਟੂ ਨੋ। ਇਹ ਸੁਣ ਕੇ ਉਹ ਦੁਖੀ ਹੋ ਗਈ। ਆਲ ਹਰ ਸਟੂਡੈਂਟ ਆਰ ਵੈਲ ਸੈਟਲਡ। ਜਿਹੜੇ ਉਸਦੇ ਬਾਕੀ ਸਟੂਡੈਂਟ ਸੀ ਉਹ ਵਧੀਆ ਸੈਟਲਡ ਸੀਗੇ। ਹਸਨ ਇਜ਼ ਆਲਸੋ ਇੰਟੈਲੀਜੈਂਟ ਬਟ ਹੀ ਇਜ਼ ਨਾਟ ਸਕਸੈਸਫੁਲ ਲਾਈਕ ਅਦਰ ਸਟੂਡੈਂਟ। ਹਸਨ ਬਹੁਤ ਇੰਟੈਲੀਜੈਂਟ ਸੀ ਪਰ ਉਹ ਸਕਸੈਸਫੁਲ ਨਹੀਂ ਬਣ ਸਕਿਆ ਸੀ ਬਾਕੀ ਸਟੂਡੈਂਟ ਵਾਂਗ। ਹਸਨਸ ਸ਼ੇਅਰ ਹਿਜ਼ ਗ੍ਰੀਫ। ਹੀ ਕਾਊਂਟਸ ਹਿਜ਼ ਹੈਬਿਟਸ ਆਰ ਰੀਜ਼ਨ ਫॉर ਹਿਜ਼ ਸਿਚੁਏਸ਼ਨ। ਥੀਜ਼ ਆਰ irregularity, laziness, disrespectful towards parents, irresponsible behavior in job, lack of knowledge, lack of proper studies during college, prepared only important question for exam, called hard workers, nerds। ਮਤਲਬ ਉਹ ਕਾਊਂਟ ਕਰਦੀ ਆ ਵੀ ਉਸਦੀਆਂ ਜਿਹੜੀਆਂ ਬੁਰੀਆਂ ਆਦਤਾਂ ਸੀ ਜਿਸ ਕਰਕੇ ਉਸਨੂੰ ਸਿਚੁਏਸ਼ਨ ਸੀਗੀਆਂ ਜਿਹੜੀਆਂ ਉਹਦੀਆਂ, ਜਿਵੇਂ ਉਹ ਇਰੈਗੂਲਰਿਟੀ ਮਤਲਬ ਉਹ ਸਕੂਲ ਨਹੀਂ ਆਉਂਦਾ ਸੀ, ਉਹ ਰਿਸਪੈਕਟ ਨਹੀਂ ਸੀ ਕਰਦਾ ਪੇਰੈਂਟਸ ਦੀ, ਰਿਸਪੋਂਸੀਬਲ ਨਹੀਂ ਸੀਗਾ ਉਹਦਾ ਬਿਹੇਵੀਅਰ ਜੋਬ ਕਰਦਾ ਸੀ ਜਦੋਂ, ਮਤਲਬ ਉਹਦੇ ਕੋਲ ਨੌਲੇਜ ਘੱਟ ਸੀਗੀ। ਅਤੇ ਉਹ ਆਪਣੀ ਜਦੋਂ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਦਾ ਸੀ ਉਦੋਂ ਸਿਰਫ ਇੰਪੋਰਟੈਂਟ ਕੁਐਸਚਨ ਕਰਦਾ ਸੀ। ਮਤਲਬ called hard workers nerds. Hard workers are now successful। ਉਹ ਜਦੋਂ ਜਿਹੜੇ ਹਾਰਡ ਵਰਕ ਕਰਦੇ ਸੀ ਉਹਨਾਂ ਨੂੰ ਦੇਖਦਾ ਸੀ ਤਾਂ ਉਹਨਾਂ 'ਤੇ ਹੱਸਦਾ ਸੀਗਾ, ਅਤੇ ਜਿਹੜੇ ਉਹ ਹਾਰਡ ਵਰਕਰ ਸੀ ਉਹ ਹੁਣ ਸਕਸੈਸਫੁਲ ਹੋਏ। ਹਸਨ ਇਜ਼ ਨਾਟ ਏਬਲ ਟੂ ਹੈਂਡਲ ਐਨੀ ਜੋਬ ਬਿਕੋਜ਼ ਆਫ ਹਿਜ਼ ਬੈਡ ਹੈਬਿਟਸ। ਹਸਨ ਕੋਈ ਵੀ ਜੋਬ ਨਹੀਂ ਕਰ ਸਕਿਆ ਸੀ ਕਿਉਂਕਿ ਉਸਦੀਆਂ ਬੁਰੀਆਂ ਆਦਤਾਂ ਸੀ। ਹੀ ਕੁਐਰਲਸ ਐਟ ਆਫਿਸ ਐਂਡ ਲੋਸਟ ਜੋਬ। ਉਸਨੂੰ ਜੋਬ ਵੀ ਉਸਦੀ ਮਤਲਬ ਜੋਬ ਤੋਂ ਵੀ ਉਹ ਹੋ ਗਿਆ ਸੀ। ਹੀ ਰਿਮੈਂਬਰਸ ਹਾਊ ਹਿਜ਼ ਫਾਦਰ ਗੇਵ ਹਿਮ ਅ ਲੋਟ ਆਫ ਫਰੀਡਮ ਬਟ ਹੀ ਡਿਡਨਟ ਬਿਹੇਵ ਨਾਈਸਲੀ। ਹੀ ਕੁਐਰਲਡ ਵਿਦ ਫੈਮਿਲੀ ਆਲਸੋ ਸੋ ਹਿਜ਼ ਫਾਦਰ ਆਸਕ ਹਿਮ ਟੂ ਲਾਈਵ ਸੈਪਰੇਟਲੀ। ਅਤੇ ਉਸਦੇ ਜਿਹੜੇ ਫਾਦਰ ਸੀ ਉਹ ਉਸਦੇ ਬਿਹੇਵੀਅਰ ਤੋਂ ਤੰਗ ਆ ਗਏ ਸੀ, ਇਸ ਲਈ ਉਸਨੇ ਅਲੱਗ-ਅਲੱਗ ਕਰਤਾ ਸੀ। ਦ ਨਰੇਟਰ ਮੇਕਸ ਹਸਨ ਅੰਡਰਸਟੈਂਡ ਦੈਟ ਇਟਸ ਨੈਵਰ ਟੂ ਲੇਟ। ਯੂ ਕੈਨ ਸਟਾਰਟ ਯੂਅਰ ਲਾਈਫ ਅਨਿਊ ਵੈਨ ਐਵਰ ਯੂ ਵਾਂਟ। ਉਹ ਕਹਿੰਦੀ ਆ ਵੀ ਤੁਸੀਂ ਆਪਣੀ ਲਾਈਫ ਦੁਬਾਰਾ ਤੋਂ ਸਟਾਰਟ ਕਰ ਸਕਦੇ ਹੋ, ਸਕਸੈਸਫੁਲ ਬਣ ਸਕਦੇ ਹੋ। ਯੂ ਸ਼ੁੱਡ ਹੈਵ ਅ ਸਟਰੋਂਗ ਵਿਲ ਪਾਵਰ। ਤੁਹਾਡੇ ਕੋਲ ਸਟਰੋਂਗ ਅਤੇ ਪਾਵਰ ਹੋਣੀ ਚਾਹੀਦੀ ਆ। ਹਸਨਸ finds it difficult, but the narrator makes him understand then when elders say something you should listen to। ਉਹ ਕਹਿੰਦੀ ਆ ਵੀ ਜਦੋਂ ਤੁਹਾਨੂੰ ਵੱਡਿਆਂ ਦੀ ਗੱਲ ਸੁਣਨੀ ਚਾਹੀਦੀ ਆ, ਇਟਸ ਆਲਵੇਜ਼ ਫॉर ਯੂਅਰ ਗੁੱਡ। ਉਹ ਤੁਹਾਡੇ ਭਲੇ ਲਈ ਹੁੰਦੀ ਆ। ਦ ਨਰੇਟਰ ਸੀਜ਼ ਹੋਪ ਇਨ ਹਸਨਸ ਆਈਜ਼। ਮਤਲਬ ਉਹ ਹਸਨ ਦੇ ਅੱਖਾਂ ਵਿੱਚ ਚਮਕ ਦੇਖਦੀ ਆ। ਸ਼ੀ ਵਾਂਟਸ ਟੂ ਸੀ ਹਿਮ ਹੈਪੀ ਐਂਡ ਸਕਸੈਸਫੁਲ। ਹਸਨਸ ਪ੍ਰੋਮਿਸ ਟੂ ਟਰਾਈ ਹਿਜ਼ ਬੈਸਟ ਐਂਡ ਲੀਵਸ ਟੂ ਬ੍ਰਿੰਗ ਅ ਚੇਂਜ ਇਨ ਹਿਜ਼ ਲਾਈਫ। ਉਹ ਨਰੇਟਰ ਕਹਿੰਦਾ ਕਿ ਮੈਂ ਹੁਣ ਤੈਨੂੰ ਅਗਲੀ ਵਾਰ ਜਦੋਂ ਮਿਲਾ ਤਾਂ ਤੈਨੂੰ ਇੱਕ ਖੁਸ਼ ਅਤੇ ਸਕਸੈਸਫੁਲ ਪਰਸਨ ਬਣਦੀ ਆ। ਸੋ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਤਾਂ ਇਸ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਆ ਜਾਣ। ਥੈਂਕ ਯੂ।